ਤਾਂ ਵੈਬਟੈਕ ਦੇ ਚੈਪਟਰ ਫਸਟ ਦੇ ਵਿੱਚ ਪੈਂਡਿੰਗ ਟੌਪਿਕ ਸ਼ੁਰੂ ਕਰਦੇ ਹਾਂ ਅੱਜ ਅਸੀਂ, ਜਿਹਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਹੈ WWW ਵਰਲਡ ਵਾਈਡ ਵੈਬ। ਦੇਖੋ ਦੋ ਟਰਮ ਆਪਾਂ ਮੋਸਟਲੀ ਯੂਜ਼ ਕਰਦੇ ਹਾਂਗੇ, ਇੱਕ ਵਰਡ ਯੂਜ਼ ਕਰਦੇ ਹਾਂ ਆਪਾਂ ਇੰਟਰਨੈਟ, ਇੱਕ ਯੂਜ਼ ਕਰਦੇ ਹਾਂ ਵਰਲਡ ਵਾਈਡ ਵੈਬ। ਪਹਿਲਾਂ ਵੀ ਮੈਂ ਡੈਫੀਨੇਸ਼ਨ ਦੇ ਵਿੱਚ ਤੁਹਾਨੂੰ ਸਮਝਾਇਆ ਸੀ। ਦੇਖੋ ਦੋਨਾਂ 'ਚ ਹੀ ਅਸੀਂ ਕੀ ਮੰਨ ਕੇ ਚੱਲਦੇ ਹਾਂ, ਤੁਸੀਂ ਸਭ ਨੂੰ ਤੁਹਾਨੂੰ ਪਤਾ ਕਿ ਆਪਣੇ ਪੀਸਿਸ ਅਲੱਗ-ਅਲੱਗ ਕਿਤੇ ਡਿਵਾਈਸਿਸ ਨੇ, ਹੈ ਨਾ, ਇਹ ਆਪਸ ਦੇ ਵਿੱਚ ਕਨੈਕਟਡ ਨੇ। ਉਸੇ ਚੀਜ਼ ਲਈ ਅਸੀਂ WWW ਜਾਂ ਇੰਟਰਨੈਟ ਵਰਡ ਦੋਨੇ ਯੂਜ਼ ਕਰ ਲੈਂਦੇ ਹਾਂ। ਬਟ ਇੱਕ ਮਾਈਨਰ ਜਿਹਾ ਡਿਫਰੈਂਸ ਹੈ ਕਿ ਜਦੋਂ ਤੁਸੀਂ ਫਿਜ਼ੀਕਲ ਕਨੈਕਸ਼ਨ ਦੀ ਗੱਲ ਕਰਦੇ ਹਾਂ ਕਿ ਇੱਕ ਡਿਵਾਈਸ ਦੂਜੇ ਡਿਵਾਈਸ ਨਾਲ ਜੁੜਿਆ ਹੋਇਆ, ਤਾਂ ਉਹ ਅਖਵਾ ਦਿੰਦਾ ਇੰਟਰਨੈਟ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਡਿਵਾਈਸ ਦੀ ਇਨਫੋਰਮੇਸ਼ਨ, ਇੱਥੇ ਇਨਫੋਰਮੇਸ਼ਨ ਦੀ ਗੱਲ ਕਰ ਰਹੀ ਹਾਂ ਮੈਂ, ਡਾਟਾ ਦੀ, ਉਹ ਡਾਟਾ ਇਸ ਤਰੀਕੇ ਨਾਲ ਲਿੰਕਡ ਹੈ ਕਿ ਸਾਰੇ ਉਸ ਨੂੰ ਯੂਜ਼ ਕਰ ਸਕਦੇ ਨੇ। ਉਹ ਜਿਹੜੇ ਟਰਮ ਹੈ, ਇੱਕ ਲੌਜੀਕਲ ਟਰਮ, ਉਸ ਨੂੰ ਅਸੀਂ ਬੋਲਦੇ ਹਾਂ WWW। ਕਲੀਅਰ ਹੈ? ਤਾਂ ਵਰਲਡ ਵਾਈਡ ਵੈਬ, ਅਤੇ ਜਿਸ ਦੇ ਵਿੱਚ ਜਿਹੜੇ ਤੁਹਾਡੇ ਹਾਈਪਰ ਟੈਕਸਟ ਡਾਕੂਮੈਂਟਸ ਨੇ, ਹਾਈਪਰ ਟੈਕਸਟ ਤੁਸੀਂ ਬਹੁਤ ਆਲਰੇਡੀ ਕਲੀਅਰ ਹੋ, ਹਾਈਪਰ ਟੈਕਸਟ ਵਰਡ ਯੂਜ਼ ਹੁੰਦਾ ਹੈਗਾ ਜਿੱਥੇ ਜਿਹੜੇ ਤੁਹਾਡੇ ਮਤਲਬ ਤੁਹਾਡੇ ਜਿਹੜੇ ਵਰਡਸ ਨੇ ਇੱਕ ਦੂਜੇ ਨਾਲ ਲਿੰਕ ਦੇ ਥਰੂ ਕਨੈਕਸ਼ਨ ਹੈ। ਜਿਵੇਂ ਆਪਾਂ ਸਾਈਟ 'ਤੇ ਨਹੀਂ ਜਾਂਦੇ ਤਾਂ ਉੱਥੇ ਲਿੰਕ ਹੈ, ਲਿੰਕ 'ਤੇ ਕਲਿੱਕ ਕੀਤਾ ਕੋਈ ਹੋਰ ਡਾਕੂਮੈਂਟ ਖੁੱਲ੍ਹ ਗਿਆ, ਉੱਥੇ ਕੋਈ ਲਿੰਕ ਹੈ, ਉਸ 'ਤੇ ਕਲਿੱਕ ਕੀਤਾ ਕੁਛ ਹੋਰ ਖੁੱਲ੍ਹ ਗਿਆ। ਇੱਦਾਂ ਦੇ ਜਿਹੜੇ ਟੈਕਸਟ ਆ, ਜਿਹੜੇ ਤੁਹਾਡੇ ਡਾਕੂਮੈਂਟਸ ਨੂੰ ਇੱਕ ਦੂਜੇ ਦੇ ਨਾਲ ਲਿੰਕਡ ਹੈ, ਤਾਂ WWW ਹੋਰ ਕੁਛ ਨਹੀਂ, ਇੱਕ ਸੈੱਟ ਆਫ ਪ੍ਰੋਗਰਾਮ, ਸਟੈਂਡਰਡ ਐਂਡ ਪ੍ਰੋਟੋਕੋਲਸ। ਉਹ ਪ੍ਰੋਗਰਾਮਸ ਕਹਿ ਲਓ ਜਾਂ ਕੁਛ ਪ੍ਰੋਟੋਕੋਲਸ ਦਾ ਕੰਬੀਨੇਸ਼ਨ, ਜਿਸ ਦੀ ਹੈਲਪ ਨਾਲ ਤੁਸੀਂ ਟੈਕਸਟ, ਇਮੇਜ, ਐਨੀਮੇਸ਼ਨ, ਸਾਊਂਡ, ਵਟਐਵਰ ਜਿਹੜਾ ਹੈ ਤੁਸੀਂ ਐਕਸੈਸ ਕਰ ਸਕਦੇ ਹੋ ਜਾਂ ਸ਼ੇਅਰ ਕਰ ਸਕਦੇ ਹੋਗੇ, ਤਾਂ ਉਹੀ ਤੁਹਾਡਾ WWW ਅਖਵਾਉਂਦਾ। ਤਾਂ ਐਕਚੁਅਲ ਦੇ ਵਿੱਚ WWW ਕੀ ਹੈ? ਕਲੈਕਸ਼ਨ ਆਫ ਵੈਬ ਪੇਜਿਸ ਨੂੰ ਹੀ ਅਸੀਂ WWW ਬੋਲਦੇ ਹੈਗੇ। ਕਲੀਅਰ? ਤਾਂ ਇਸ ਦੇ ਲਈ ਹੋਰ ਬਹੁਤ ਸਾਰਾ ਤੁਸੀਂ ਲਿਖ ਸਕਦੇ ਹੋ, ਜਿਵੇਂ ਵੈਬ ਬਰਾਊਜ਼ਰ ਕੀ ਹੁੰਦਾ ਗਾ, ਠੀਕ ਹੈ, ਕਿਹੜਾ ਮਟੀਰੀਅਲ ਹੈ ਜੋ ਅਸੀਂ ਇੰਟਰਨੈਟ ਤੋਂ ਐਕਸੈਸ ਕਰ ਸਕਦੇ ਹੈਗੇ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਵੈਬ ਬਰਾਊਜ਼ਰ ਦੀ। ਵੈਬ ਬਰਾਊਜ਼ਰ ਕੀ ਹੈ? ਜੋ ਸੋਫਟਵੇਅਰ ਤੁਹਾਨੂੰ ਇੰਟਰਨੈਟ ਓਪਨ ਕਰਕੇ ਦਿਖਾ ਰਿਹਾ, ਉਸ ਨੂੰ ਅਸੀਂ ਵੈਬ ਬਰਾਊਜ਼ਰ ਬੋਲਦੇ ਹਾਂ। ਮੈਂ ਇੱਥੇ ਵਰਡ ਸੋਫਟਵੇਅਰ ਯੂਜ਼ ਕੀਤਾ, ਜਿਵੇਂ ਆਪਾਂ ਬੋਲਦੇ ਨਾ ਕ੍ਰੋਮ ਹੋ ਗਿਆ, ਮੋਜ਼ਿਲਾ ਹੋ ਗਿਆ, ਓਪੇਰਾ ਹੋ ਗਿਆ, ਇੰਟਰਨੈਟ ਐਕਸਪਲੋਰਰ ਹੋ ਗਿਆ। ਇਹ ਸਾਰੇ ਉਹ ਸੋਫਟਵੇਅਰ ਨੇ ਜਿਸ ਦੇ ਵਿੱਚ ਇੰਟਰਨੈਟ ਡਾਕੂਮੈਂਟਸ ਖੁੱਲ੍ਹਦੇ ਨੇ, ਪੇਜਿਸ ਖੁੱਲ੍ਹਦੇ ਨੇ ਇੰਟਰਨੈਟ 'ਤੇ, ਜਾਂ ਅਸੀਂ ਕਹੀਏ ਜਿਸ ਦੇ ਵਿੱਚ ਅਸੀਂ ਇੰਟਰਨੈਟ ਚਲਾਉਣੇ ਆ, ਤਾਂ ਉਹ ਤੁਹਾਡਾ ਵੈਬ ਬਰਾਊਜ਼ਰ ਹੈ ਜੋ ਤੁਹਾਨੂੰ ਵੈਬ ਪੇਜਿਸ ਓਪਨ ਕਰਕੇ ਦਿਖਾ ਰਿਹਾ ਹੈਗਾ। ਤਾਂ ਇਸ ਦੇ ਥਰੂ ਬੇਸ ਅਸੀਂ ਨੈਵੀਗੇਟ ਕਰਦੇ ਹਾਂ। ਨੈਵੀਗੇਟ ਮਤਲਬ ਇੱਕ ਲਿੰਕ ਤੋਂ ਦੂਸਰੇ ਲਿੰਕ 'ਤੇ ਜਾਂਦੇ ਹੈਗੇ, ਤਾਂ ਉਹ ਜਿਹੜੇ ਲਿੰਕਸ ਹੁੰਦੇ ਨੇ ਉਹਨੂੰ ਹਾਈਪਰ ਲਿੰਕ ਬੋਲਿਆ ਜਾਂਦਾ ਹੈਗਾ। ਤਾਂ ਜਿਹੜਾ ਤੁਹਾਡਾ ਇਹ ਸਾਰਾ ਕੰਮ ਕਰਨ ਲਈ ਤੁਹਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ, ਇਨਫੋਰਮੇਸ਼ਨ ਸਰਵਰਸ ਹੋਣਗੇ ਜਿੱਥੋਂ ਅਸੀਂ ਇਨਫੋਰਮੇਸ਼ਨ ਸਰਚ ਕਰ ਰਹੇ ਹੈਗੇ, ਠੀਕ ਹੈ। ਤਾਂ ਤੁਹਾਡੇ ਕੋਲ ਬਰਾਊਜ਼ਰ ਹੋਊਗਾ, ਉਹ ਬਰਾਊਜ਼ਰ ਜਿਹਦੇ ਵਿੱਚ ਅਸੀਂ ਓਪਨ ਕਰ ਰਹੇ ਹਾਂ। ਹੁਣ ਸਪੋਜ਼ ਕਰੋ ਮੈਂ ਮੇਰੇ PC ਦੇ ਉੱਪਰ ਕ੍ਰੋਮ ਦੇ ਵਿੱਚ ਕੁਛ ਡਿਟੇਲ ਲਿਖੀ, ਚਲੋ ਅਸੀਂ WWW ਰਿਲੇਟਡ ਸਰਚ ਕਰਨਾ, ਜਦੋਂ ਆਪਾਂ ਐਂਟਰ ਕਰਦੇ ਹਾਂ ਤਾਂ ਇੱਕ ਕਲਿੱਕ ਤੋਂ ਡਿਟੇਲ ਆਪਣੇ ਕੋਲ ਆ ਜਾਂਦੀ ਹੈ। ਤਾਂ ਬੈਕ ਐਂਡ 'ਤੇ ਉੱਥੇ ਸਰਵਰਸ ਹੁੰਦੇ ਆ ਜਿੱਥੋਂ ਇਨਫੋਰਮੇਸ਼ਨ ਸਾਡੇ ਕੋਲ ਦਿਖਾਈ ਜਾਂਦੀ ਹੈ, ਕਿਉਂਕਿ ਜੋ ਪੇਜਿਸ ਅਸੀਂ ਐਕਸੈਸ ਕਰਨਾ ਚਾਹੁੰਦੇ ਹਾਂ ਉਹ ਡਿਟੇਲ ਸਾਨੂੰ ਸੈਂਡ ਕਰ ਦਿੱਤੀ ਜਾਂਦੀ ਹੈ। ਤਾਂ ਨੈਕਸਟ ਕਿ WWW ਦੀ ਐਵੈਲਿਊਸ਼ਨ ਕਿੱਦਾਂ ਹੋਈ ਹੈ, ਇਸ ਦੀ ਹਿਸਟਰੀ ਕੀ ਹੈ। ਤਾਂ ਟਿਮ ਬਰਨਰਜ਼-ਲੀ ਇੰਪੋਰਟੈਂਟ ਨਾਮ ਹੈ, ਯਾਦ ਰੱਖੋਗੇ। ਟਿਮ ਬਰਨਰਜ਼-ਲੀ ਜੋ ਕਿ ਇੱਕ ਬ੍ਰਿਟਿਸ਼ ਸਾਇੰਟਿਸਟ ਹੋਇਆ ਨੇ, ਉਹਨਾਂ ਨੇ 1989 ਦੇ ਵਿੱਚ ਜਿਹੜੀ ਟਰਮ ਯੂਜ਼ ਕੀਤੀ ਸੀ WWW, ਤਾਂ ਉਹਨਾਂ ਨੇ ਹੀ ਇਹ ਜਿਹੜਾ ਕਨਸੈਪਟ ਆ ਉਸ ਨੂੰ ਇੰਪਲੀਮੈਂਟ ਕੀਤਾ ਸੀਗਾ। ਜਿਹੜੀ ਫਸਟ ਵੈਬਸਾਈਟ ਸੀ ਉਹ ਬਣਾਈ ਗਈ ਸੀਗੀ ਇਹਨਾਂ ਦੁਆਰਾ, ਅਤੇ ਉਹ ਵੈਬਸਾਈਟ ਜਦੋਂ ਜਿਹੜੀ ਚਲਾ ਕੇ ਦਿਖਾਈ ਗਈ ਸੀ ਉਹਦੇ ਵਿੱਚ ਹੋਰ ਨਹੀਂ ਸੀ ਕੁਛ, ਜਸਟ ਇੱਕ ਵਾਰ ਉਹਨਾਂ ਨੇ ਵੈਬ ਦੇ ਬੇਸਿਕ ਫੀਚਰਸ ਜਾਂ ਕਿਵੇਂ ਅਸੀਂ ਉਹਨਾਂ ਨੂੰ ਐਕਸੈਸ ਕਰ ਸਕਦੇ ਹਾਂ, ਸੈਟਅਪ ਕਰਨ ਬਾਰੇ ਹੀ ਉਹਦੇ ਵਿੱਚ ਦੱਸਿਆ ਗਿਆ ਸੀ। ਅਤੇ ਉਸ ਤੋਂ ਬਾਅਦ 1993 ਦੇ ਵਿੱਚ ਉਸ ਨੂੰ ਪਬਲਿਕ ਡੋਮੇਨ ਮਤਲਬ ਜਦੋਂ ਅਸੀਂ ਕੋਈ ਚੀਜ਼ ਪਬਲਿਕਲੀ ਕਰ ਦਿੰਦੇ ਹਾਂ ਕਿ ਪਬਲਿਕ ਵੀ ਉਸ ਨੂੰ ਯੂਜ਼ ਕਰ ਸਕਦੀ ਹੈ, ਤਾਂ ਉਹ ਕੀਤਾ ਗਿਆ ਸੀ। ਤਾਂ ਇਹ ਸਾਰੇ ਤੁਸੀਂ ਤੁਹਾਡੇ ਹਿਸਟਰੀ ਦੇ ਪੁਆਇੰਟਸ ਵੀ ਲਿਖੋਗੇ ਕਿ ਕਿੱਦਾਂ ਜਿਹੜਾ ਤੁਹਾਡਾ ਐਵੈਲਿਊਸ਼ਨ ਹੋਈ ਹੈ WWW ਦੀ। ਤਾਂ ਕੁਛ ਫੀਚਰਸ ਨੇ WWW ਦੇ ਨਾਲ ਅਸੀਂ ਉਹ ਵੀ ਡਿਸਕਸ ਕਰਦੇ ਹਾਂ। ਤਾਂ ਇਹ ਹੈ ਕਿ ਕੁਛ ਨਹੀਂ, ਅਮਾਊਂਟ ਆਫ ਇਨਫੋਰਮੇਸ਼ਨ ਹੈ ਕਾਫੀ ਸਾਰੀ ਜਿਹੜੀ ਕਿ ਅਵੇਲੇਬਲ ਹੈ ਇੰਟਰਨੈਟ 'ਤੇ, ਅਤੇ ਜਦੋਂ ਅਸੀਂ ਸਰਚ ਕਰਦੇ ਹਾਂ ਸਾਨੂੰ ਮਤਲਬ WWW ਦੀ ਹੈਲਪ ਨਾਲ ਹੀ ਉਹ ਇਨਫੋਰਮੇਸ਼ਨ ਬੜੀ ਈਜ਼ਲੀ ਰਿਟਰੀਵ ਹੋ ਜਾਂਦੀ ਹੈ, ਅਸੀਂ ਉਹਨੂੰ ਬੜੀ ਈਜ਼ਲੀ ਐਕਸੈਸ ਕਰ ਸਕਦੇ ਹਾਂ ਤੁਹਾਡੀ ਇਨਫੋਰਮੇਸ਼ਨ ਨੂੰ। ਇਸ ਦੇ ਲਈ ਅਸੀਂ ਲਿੰਕਸ ਯੂਜ਼ ਕਰਦੇ ਹੈਗੇ, ਉਹਨਾਂ ਲਿੰਕਸ ਦੇ ਥਰੂ ਹੀ ਅਸੀਂ ਇੱਕ ਸਾਈਟ ਤੋਂ ਦੂਸਰੀ ਸਾਈਟ 'ਤੇ ਵਿਜ਼ਿਟ ਕਰਦੇ ਹਾਂ। ਇਸ ਦੇ ਨਾਲ ਹੀ ਤੁਸੀਂ ਦੱਸੋਗੇ ਹਾਈਪਰ ਟੈਕਸਟ ਉਹ ਟੈਕਸਟ ਹੁੰਦਾ ਜਿਸ ਦੇ ਥਰੂ ਲਿੰਕਿੰਗ ਕੀਤੀ ਜਾਂਦੀ ਹੈ। ਜਿਵੇਂ ਆਪਾਂ HTML ਲੈਂਗੁਏਜ ਯੂਜ਼ ਕਰਾਂਗੇ, ਤਾਂ HTML ਲੈਂਗੁਏਜ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਦੋਂ ਆਪਾਂ ਲਿੰਕ ਕ੍ਰੀਏਟ ਕਰਦੇ ਹਾਂ ਤਾਂ ਉਹ ਬਲੂ
ਕਲਰ ਦੇ ਲਿੰਕ ਰਹਿਣਗੇ, ਤੁਹਾਡੇ ਨੀਚੇ ਲਾਈਨ ਲੱਗੀ ਆਊਗੀ, ਤੇ ਜਦੋਂ ਅਸੀਂ ਉਸ ਨੂੰ ਵਿਜ਼ਿਟ ਕਰ ਲੈਂਦੇ ਹਾਂ ਤਾਂ ਉਸਦਾ ਪਰਪਲ ਸ਼ੇਡ ਹੋ ਜਾਂਦਾ, ਤਾਂ ਉਹ ਸਾਰਾ ਤੁਹਾਡਾ ਹਾਈਪਰ ਟੈਕਸਟ ਦੇ ਅੰਡਰ ਹੀ ਕਵਰ ਹੋਊਗਾ। ਤਾਂ ਹਾਈਪਰ ਟੈਕਸਟ ਕੀ ਹੈ? ਇੱਕ ਉਹ ਜਿਸ ਦੇ ਥਰੂ ਤੁਸੀਂ ਜਿਹੜੀ ਹੈ ਲਿੰਕਿੰਗ ਕਰਵਾਉਣੀ ਹੋਗੇ, ਨੈਵੀਗੇਸ਼ਨ ਕਰਦੇ ਹੋਗੇ। ਤਾਂ WW ਦਾ ਇੱਕ ਹੋਰ ਮੇਨ ਐਡਵਾਂਟੇਜ ਕੀ ਹੈ ਕਿ ਤੁਹਾਨੂੰ ਕਾਫੀ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਜਿਵੇਂ FTP ਫਾਈਲ ਟਰਾਂਸਫਰ ਪ੍ਰੋਟੋਕੋਲ, ਜਦੋਂ ਅਸੀਂ ਕੁਛ ਫਾਈਲਸ ਨੂੰ ਟਰਾਂਸਫਰ ਕਰਨਾ, ਡਾਊਨਲੋਡ ਕਰਨਾ, ਅਪਲੋਡ ਕਰਨਾ। ਅਸੀਂ ਕੋਈ YouTube 'ਤੇ ਜਿਹੜੀ ਮੈਂ ਵੀਡੀਓ ਬਣਾ ਰਹੀ ਹਾਂ ਉਹ ਵੀ ਮੈਂ YouTube 'ਤੇ ਅਪਲੋਡ ਕਰੂੰਗੀ, ਉਹ ਵੀ FTP ਦੇ ਥਰੂ ਹੋ ਰਿਹਾ। ਤੁਸੀਂ ਉਸ ਵੀਡੀਓ ਨੂੰ ਦੇਖਣ ਲਈ ਡਾਊਨਲੋਡ ਕਰ ਰਹੇ ਹੋ, ਉਹ ਵੀ FTP ਦੇ ਥਰੂ ਹੋ ਰਿਹਾ। ਤਾਂ ਇੱਦਾਂ ਕਰਕੇ ਜਿਹੜੇ ਆ, ਜਿੱਦਾਂ HTTP ਹੋ ਗਈ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ, ਕਾਫੀ ਸਾਰੀਆਂ ਪ੍ਰੋਟੋਕੋਲਸ ਨੇ ਜੋ ਅਸੀਂ ਯੂਜ਼ ਕਰਦੇ ਹਾਂ WW ਦੇ ਨਾਲ। ਨੈਕਸਟ ਹਾਈਪਰ ਟੈਕਸਟ ਆਲਰੇਡੀ ਅਸੀਂ ਕਰ ਚੁੱਕੇ ਹਾਂ ਕਿ ਇੱਕ ਅੰਡਰਲਾਈਨ ਟੈਕਸਟ ਹੁੰਦਾ ਗਾ, ਜਿਸ ਦਾ ਕਲਰ ਕਿ ਜਿਹੜਾ ਡਿਫਰੈਂਟ ਜਿਹਾ ਕਲਰ ਹੋਊਗਾ ਨਾਰਮਲ ਟੈਕਸਟ ਨਾਲੋਂ, ਅਤੇ ਇਹ ਤੁਹਾਨੂੰ ਲਿੰਕ ਪ੍ਰੋਵਾਈਡ ਕਰਦਾ ਗਾ। ਸੇਮ ਡਾਕੂਮੈਂਟ ਦੇ ਵਿੱਚ ਲਿੰਕ ਵੀ ਹੋ ਸਕਦਾ, ਜਿਵੇਂ ਇੱਥੇ ਕੁਛ ਲਿਖਿਆ ਹੋਇਆ, ਕਲਿੱਕ ਕੀਤਾ ਬੰਦੇ ਨੂੰ ਡਾਇਰੈਕਟ ਨੂੰ ਨੀਚੇ ਲੈ ਗਿਆ, ਜਾਂ ਕਿਸੇ ਹੋਰ ਪੇਜ 'ਤੇ ਲੈ ਗਿਆ। ਉਹ ਸਾਰੇ ਕਨੈਕਸ਼ਨ ਪ੍ਰੋਵਾਈਡ ਕੀਤੇ ਜਾਂਦੇ ਨੇ ਤੁਹਾਡੇ ਹਾਈਪਰ ਟੈਕਸਟ ਦੇ ਥਰੂ। ਕਲੀਅਰ? ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਸਰਚ ਕਰਨਾ ਚਾਹੁੰਦੇ ਹੋ ਤਾਂ ਬੇਸ ਤੁਸੀਂ ਲਿੰਕ 'ਤੇ ਕਲਿੱਕ ਕੀਤਾ ਤਾਂ ਇੱਕ ਕਨੈਕਸ਼ਨ ਬਣਾ ਦਿੱਤਾ ਜਾਂਦਾ ਗਾ ਵੈਬ ਸਰਵਰ ਦੁਆਰਾ। ਕਲੀਅਰ? ਫਿਰ ਜਿਹੜਾ ਤੁਹਾਡਾ ਡਾਕੂਮੈਂਟ ਉਹ ਤੁਹਾਨੂੰ ਸੈਂਡ ਕੀਤਾ ਜਾਂਦਾ ਗਾ, ਠੀਕ ਹੈ। ਸੈਂਡ ਕਰਕੇ ਹੀ ਜਦੋਂ ਤੁਸੀਂ ਉਹ ਰਿਟਰੀਵ ਕਰ ਲਿਆ ਤਾਂ ਕਨੈਕਸ਼ਨ ਨੂੰ ਵਾਪਸ ਬ੍ਰੇਕ ਕਰ ਦਿੱਤਾ ਜਾਂਦਾ। ਮੀਨਸ ਇਹ ਨਹੀਂ ਹੋਊਗਾ ਕਿ ਮੈਂ ਇੱਕ ਵਾਰ ਵੈਬ ਬਰਾਊਜ਼ਰ ਖੋਲ੍ਹਿਆ, ਕੋਈ ਫਾਈਲ ਸਰਚ ਕੀਤੀ, ਠੀਕ ਹੈ, ਇੱਕ ਵਾਰ ਡਿਟੇਲ ਆ ਗਈ ਮੇਰੇ ਕੋਲ, ਤਾਂ ਇੱਕ ਵਾਰ ਕਨੈਕਸ਼ਨ ਬਣਿਆ, ਉਹ ਡਿਟੇਲ ਮੇਰੇ ਕੋਲ ਪਹੁੰਚ ਗਈ, ਬਟ ਪਹੁੰਚਣ ਤੋਂ ਬਾਅਦ ਹੀ ਉਹ ਕਨੈਕਸ਼ਨ ਬ੍ਰੇਕ ਕਰ ਦਿੱਤਾ ਜਾਊਗਾ, ਬਣਿਆ ਨਹੀਂ ਰਹੂਗਾ। ਇਸੇ ਕਰਕੇ ਹੀ WW ਐਫੀਸ਼ੀਐਂਟ ਹੈ। ਕਿਉਂ? ਕਿਉਂਕਿ ਦੇਖੋ ਜੇ ਕਨੈਕਸ਼ਨ ਬਣਿਆ ਰਹੂਗਾ ਤਾਂ ਓਬਵੀਅਸ ਟ੍ਰੈਫਿਕ ਦੀ ਪ੍ਰੋਬਲਮ ਆ ਜੂਗੀ, ਠੀਕ ਹੈ। ਤਾਂ ਇਹ ਸਾਰੀਆਂ ਪ੍ਰੋਬਲਮਸ ਨਹੀਂ ਆਉਂਦੀਆਂ, ਇਸ ਕਰਕੇ ਬਹੁਤ ਜ਼ਿਆਦਾ ਐਫੀਸ਼ੀਐਂਟ ਆ। ਮਤਲਬ ਕਿ ਜਦੋਂ ਤੁਸੀਂ ਕੁਛ ਐਕਸੈਸ ਕਰਨਾ ਚਾਹੁੰਦੇ ਹੋ, ਤੁਹਾਨੂੰ ਭੇਜਣ ਲਈ ਕਨੈਕਸ਼ਨ ਬਣਾਇਆ ਜਾਊ ਅਤੇ ਇਮੀਡੀਏਟਲੀ ਉਹ ਕਨੈਕਸ਼ਨ ਨੂੰ ਬ੍ਰੇਕ ਕਰ ਦਿੱਤਾ ਜਾਂਦਾ ਗਾ। ਫਿਰ ਨੈਕਸਟ ਵੈਬ ਬਰਾਊਜ਼ਰ, ਅਸੀਂ ਆਲਰੇਡੀ ਗੱਲ ਕਰ ਚੁੱਕੇ ਕਿ ਵੈਬ ਬਰਾਊਜ਼ਰ ਇੱਕ ਉਹ ਸੋਫਟਵੇਅਰ ਹੈ ਜੇ ਇੱਕ ਇੰਟਰਫੇਸ ਪ੍ਰੋਵਾਈਡ ਕਰਵਾਉਂਦਾ ਤੁਹਾਨੂੰ, ਜਿਸ ਦੇ ਥਰੂ ਤੁਸੀਂ WWW ਦੇ ਯਾਨੀ ਕਿ ਵੈਬ ਪੇਜਿਸ ਨੂੰ, ਵੈਬ ਡਾਕੂਮੈਂਟਸ ਨੂੰ ਓਪਨ ਕਰਕੇ ਦੇਖ ਸਕਦੇ ਹੋ। ਅਤੇ ਟੂ ਦਾ ਪੁਆਇੰਟ ਜੇਕਰ ਮੈਂ ਗੱਲ ਖਤਮ ਕਰਾਂ ਤਾਂ ਜਿਵੇਂ ਗੂਗਲ ਕਰੋਮ, ਇੰਟਰਨੈਟ ਐਕਸਪਲੋਰਰ, ਜਿਨ੍ਹਾਂ 'ਤੇ ਅਸੀਂ ਇੰਟਰਨੈਟ ਐਕਸੈਸ ਕਰਦੇ ਹਾਂ, WWW ਜਿਹੜਾ ਹੈਗਾ ਤਾਂ ਓਬਵੀਅਸ ਹੈ ਕਿ ਇਹਨੂੰ ਜਿਹੜਾ ਯੂਜ਼ ਕੀਤਾ ਜਾਂਦਾ ਕਿ ਲੋਕ ਇਨਫੋਰਮੇਸ਼ਨ ਸ਼ੇਅਰ ਕਰ ਸਕਣ, ਰਿਸੋਰਸਿਸ, ਹੋਰ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਅਸੀਂ ਇਸ ਨੂੰ ਯੂਜ਼ ਕਰਦੇ ਹਾਂ। ਅਤੇ ਅਸੀਂ ਇਸ ਨੂੰ ਕਾਫੀ ਸਾਰੇ ਓਪਰੇਟਿੰਗ ਸਿਸਟਮ ਦੇ ਉੱਪਰ ਚਲਾ ਸਕਦੇ ਹਾਂ, ਜਿਵੇਂ ਵਿੰਡੋਜ਼, ਡੋਸ, ਮੈਕਿਨਟੋਸ਼, ਯੂਨਿਕਸ, ਲਾਈਨਕਸ, ਸਾਰੇ ਹੀ ਜਿਹੜੇ ਨੇ ਇਹ WWW ਯਾਨੀ ਕਿ ਇੰਟਰਨੈਟ ਨੂੰ ਸਪੋਰਟ ਕਰਦੇ ਨੇ। ਤਾਂ ਇੰਟਰਨੈਟ ਦੇ ਵਿੱਚ ਜਿੱਦਾਂ WW ਦੀ ਜਿਹੜੀ ਹੈਗੀ ਆ, ਇੱਦਾਂ ਇੱਕ ਹੋਰ ਤੁਹਾਡੀ ਪ੍ਰੋਟੋਕੋਲ ਵੀ ਹੈ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ, ਜੋ ਕਿ ਤੁਹਾਡਾ ਇਹ ਸਾਰੇ ਕੰਮ ਕਰਵਾਉਂਦੀ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕਰੋਗੇ ਇੰਟਰਨੈਟ ਅਤੇ WW ਦੇ ਵਿੱਚ ਡਿਫਰੈਂਸ। ਜੋ ਮੇਨ ਡਿਫਰੈਂਸ ਤੁਹਾਨੂੰ ਮੈਂ ਦਿਖਾਉਣਾ ਚਾਹੂੰਗੀ ਕਿ ਇੰਟਰਨੈਟ ਇੱਕ ਫਿਜ਼ੀਕਲ ਨੈਟਵਰਕ ਜਦੋਂ ਅਸੀਂ ਕਹਿੰਦੇ ਹਾਂ ਉਦੋਂ ਅਸੀਂ ਟਰਮ ਇੰਟਰਨੈਟ ਯੂਜ਼ ਕਰਦੇ ਹਾਂ। ਜਦੋਂ ਅਸੀਂ ਇੱਕ ਵਰਚੁਅਲ ਲਿੰਕ ਦੀ ਗੱਲ ਕਰੀਏ ਕਿ ਆਪਸ ਦੇ ਵਿੱਚ ਲਿੰਕਡ ਨੇ, ਤਾਂ ਉਦੋਂ ਅਸੀਂ ਵਰਡ WWW ਯੂਜ਼ ਕਰਦੇ ਹਾਂ। ਹਾਲਾਂਕਿ ਦੇਖੋ ਦੋਨੇ ਹੈ ਹੀ ਕਨੈਕਸ਼ਨ ਉਹੀ, ਬਟ ਫਿਜ਼ੀਕਲ ਸੈਟਅਪ ਲਈ ਟਰਮ ਇੰਟਰਨੈਟ ਅਤੇ ਅਦਰਵਾਈਜ਼ ਅਸੀਂ WW ਯੂਜ਼ ਕਰਾਂਗੇ। ਨੈਕਸਟ ਟੌਪਿਕ ਹੈ ਤੁਹਾਡਾ ਪ੍ਰੋਟੋਕੋਲਸ। ਪ੍ਰੋਟੋਕੋਲਸ ਕੀ ਹੁੰਦੀਆਂ ਨੇ? ਤਾਂ ਪ੍ਰੋਟੋਕੋਲਸ ਹੋਰ ਕੁਛ ਨਹੀਂ, ਦੇਖੋ ਕਿ ਕੁਛ ਰੂਲਸ ਹੁੰਦੇ ਨੇ ਕਿ ਇੱਕ ਪਰਸਨ ਨੇ ਦੂਸਰੇ ਪਰਸਨ ਨਾਲ ਕਮਿਊਨੀਕੇਸ਼ਨ ਕਰਨਾ, ਤਾਂ ਉਹ ਕੋਈ ਲੈਂਗੁਏਜ ਯੂਜ਼ ਕਰੂ, ਕੁਛ ਰੂਲਸ ਨੂੰ ਫੋਲੋ ਕਰੂ, ਕੁਛ ਨੋਰਮਸ ਨੂੰ, ਸਟੈਂਡਰਡਸ ਨੂੰ ਫੋਲੋ ਕਰੂ ਨਾ। ਮੇਨ ਗੱਲ ਕਰੀਏ ਤਾਂ ਕੁਛ ਰੂਲਸ ਐਂਡ ਰੈਗੂਲੇਸ਼ਨਸ, ਕੁਛ ਸ਼ਰਤਾਂ ਜਿਸ ਦੇ ਥਰੂ ਉਹ ਕਮਿਊਨੀਕੇਸ਼ਨ ਪੋਸੀਬਲ ਹੈ, ਉਸ ਨੂੰ ਹੀ ਅਸੀਂ ਬੋਲਾਂਗੇ ਪ੍ਰੋਟੋਕੋਲ। ਹੁਣ ਇੱਕ ਕੰਪਿਊਟਰ ਅਗਰ ਦੂਸਰੇ ਕੰਪਿਊਟਰ ਦੇ ਨਾਲ ਕਮਿਊਨੀਕੇਟ ਕਰੂਗਾ, ਫਸਟ ਆਫ ਆਲ ਦੋਨੋਂ ਕੋਈ ਸੇਮ ਕੰਪਨੀ ਦੇ ਨਹੀਂ ਹੈਗੇ, ਦੋਨੋਂ ਸੇਮ ਆਪਰੇਟਿੰਗ ਸਿਸਟਮ ਨੂੰ ਫੋਲੋ ਨਹੀਂ ਕਰ ਰਹੇ, ਦੋਨਾਂ ਦਾ ਆਰਕੀਟੈਕਚਰ ਡਿਫਰੈਂਟ ਹੋ ਸਕਦਾ ਹੈਗਾ, ਦੋਨਾਂ ਦੀ ਵਰਕਿੰਗ ਡਿਫਰੈਂਸ ਹੋ ਸਕਦੀ ਹੈ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਕਾਫੀ ਸਾਰੇ ਡਿਫਰੈਂਸ ਨੇ। ਤਾਂ ਹੋ ਸਕਦਾ ਕਿ ਇੱਕ ਸਾਈਡ 'ਤੇ ਜ਼ਰੂਰੀ ਨਹੀਂ ਕਿ ਇੱਕ ਸਾਈਡ 'ਤੇ ਹੋ ਸਕਦਾ ਮੋਬਾਈਲ ਫੋਨ ਹੀ ਹੋਵੇ। ਤਾਂ ਅਲੱਗ-ਅਲੱਗ ਜਿਹੜੀ ਡਿਵਾਈਸਿਸ ਨੇ, ਠੀਕ ਹੈ, ਅਲੱਗ-ਅਲੱਗ ਤਰ੍ਹਾਂ ਦੇ ਉਹ ਹੈਗੇ ਨੇ, ਫਿਰ ਵੀ ਉਹਨਾਂ ਵਿੱਚ ਕਨੈਕਸ਼ਨ ਬਣਦਾ। ਕਿਉਂ? ਕਿਉਂਕਿ ਉਹ ਕੁਛ ਸਾਂਝੇ ਰੂਲਸ ਨੂੰ ਫੋਲੋ ਕਰਦੇ ਆ। ਉਹ ਜਿਹੜੇ ਰੂਲਸ ਦਾ ਇੱਕ ਸੈੱਟ ਹੈ ਨਾ, ਉਹਨਾਂ ਸੈੱਟ ਨੂੰ ਹੀ ਅਸੀਂ ਬੋਲਦੇ ਹਾਂ ਪ੍ਰੋਟੋਕੋਲਸ। ਜਿੱਦਾਂ ਅਸੀਂ ਕਹਿੰਦੇ ਨੇ ਕੁਛ ਰੂਲਸ ਅਸੀਂ ਲਿਖਤੇ ਹੋ, ਸਭ ਨੂੰ ਫੋਲੋ ਕਰਨੇ ਹੀ ਪੈਣਗੇ ਕਮਿਊਨੀਕੇਸ਼ਨ ਦੇ ਲਈ, ਤਾਂ ਉਹ ਰੂਲਸ ਹੀ ਸਾਡੇ ਪ੍ਰੋਟੋਕੋਲ ਅਖਵਾਉਂਦੇ ਨੇ। ਕੁਛ ਫੰਕਸ਼ਨਸ ਨੇ ਤੁਹਾਡੇ ਨੈਟਵਰਕ ਪ੍ਰੋਟੋਕੋਲ ਦੇ। ਕਿਹੜੇ ਫੰਕਸ਼ਨ ਨੇ ਤੁਹਾਡੇ? ਫਸਟ, ਫਿਜ਼ੀਕਲ ਕਨੈਕਸ਼ਨ ਦੀ ਡਿਟੈਕਸ਼ਨ ਕਰਨੀ ਕਿ ਕਿਹੜਾ ਫਿਜ਼ੀਕਲ ਕਨੈਕਸ਼ਨ ਹੈ, ਫਿਰ ਕਨੈਕਸ਼ਨ ਐਸਟੈਬਲਿਸ਼ ਕਰਨਾ, ਕਨੈਕਸ਼ਨ ਬਣਾਉਣਾ ਤੁਹਾਡਾ, ਠੀਕ ਹੈ।
ਤੁਹਾਡੇ ਕਰੈਕਟਰਿਸਟਿਕਸ ਦੇਖਣੇ ਤੁਹਾਡੇ ਕਨੈਕਸ਼ਨ ਦੇ, ਫਿਰ ਤੁਹਾਡੇ ਮੈਸੇਜ ਨੂੰ ਸਟਾਰਟ ਕਰਨਾ, ਐਂਡ ਕਰਨਾ, ਸੈਂਡ ਕਰਨਾ ਹੋ ਗਿਆ, ਉਹਦਾ ਫਾਰਮੈਟਿੰਗ ਕਿੱਦਾਂ ਦੀ ਹੋਵੇ, ਉਸਦੇ ਵਿੱਚ ਜੇ ਕੋਈ ਐਰਰ ਆ ਰਹੀ ਹੈ ਜਾਂ ਤੁਹਾਡੇ ਇਨ ਕੇਸ ਕੋਈ ਲੋਸ ਹੋ ਗਈ ਇਨਫੋਰਮੇਸ਼ਨ, ਉਸ ਲੋਸ ਨੂੰ ਦੇਖਣਾ ਵੀ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਇੱਧਰੋਂ ਭੇਜੀ ਸੀ ਕਿ ਦੂਜੇ ਕੋਲ ਬਿਲਕੁਲ ਸੇਮ ਹੀ ਗਈ ਹੈ, ਕੁਛ ਇੱਦਾਂ ਤਾਂ ਨਹੀਂ ਹੈ ਕਿ ਕੁਛ ਇਨਫੋਰਮੇਸ਼ਨ ਲੋਸ ਹੋ ਗਈ ਜਾਂ ਚੇਂਜ ਹੋ ਗਈ ਰਸਤੇ ਵਿੱਚ ਕਿਸੇ ਰੀਜ਼ਨ ਕਰਕੇ। ਨੈਕਸਟ ਉਸ ਜਿਹੜਾ ਅਸੀਂ ਮਤਲਬ ਤੁਹਾਡਾ ਕਨੈਕਸ਼ਨ ਬਣਾਇਆ ਸੀ, ਉਸ ਕਨੈਕਸ਼ਨ ਨੂੰ ਟਰਮੀਨੇਟ ਕਰ ਦੇਣਾ, ਖ਼ਤਮ ਕਰ ਦੇਣਾ, ਇਹ ਅਖਵਾਉਂਦਾ ਤੁਹਾਡਾ ਸਾਰਾ ਪ੍ਰੋਟੋਕੋਲਸ ਦੇ ਅੰਡਰ ਹੀ ਆ ਰਿਹਾ ਹੈਗਾ। ਨੈਕਸਟ ਤੁਹਾਡਾ ਟੌਪਿਕ ਸ਼ੁਰੂ ਕਰਾਂਗੇ TCP/IP।